सत श्री अकाल। गुरु की साजी नवाजी गुरु खालसा गुरु संगत जी वाहिगुरु जी का खालसा। अज गुरुद्वारा भाटसा बाबा विधि चंद साहब जी के आमन स्थान से सालाना जोड़ मेला काफी साल हो गए ने। बाबा जी इत्थे सजे हुए सन ते जोड़ मेले का दिहाड़ा मनाया जा रहा सी। दल दा पड़ा हजूर साहब तो होके आया। दास ने बेनती की थी जोड़ मेला मसिया तो एक दो दिन पहला दा दिन जिहड़ा है वो रखिया जावे ताकि दल के सहित हाजरी दा उपरंत दल ने फिर जो हजूर साहब नूं तुरना हुंदा है ते मसिया तो अगले दिन बाबा जी कहने लगे मैनू जाओ जाके स्टेज ते बोल के संगत नूं दस के आओ। दास ने आन के संगत कोले प्यार सहित बेनती की थी कि बाबा जी ने यह प्रवानगी दी है। फिर समा लंघदा गया। इत्थे निशान साहब जो पहला निशान साहब जिहड़ा सी ओहदे पोरे जिहड़े सी पैप जिहड़े सी ओह बिरध हो गए। नवे पोरे पा के निशान साहब चलाउण वास्ते तैयारी की थी। बाबा जी हजूर साहब वाले बाबा नरिंदर सिंह साहब जी ते दास बंबे असीं गए पैप लैण वास्ते ते बाबा नरिंदर सिंह जी ने उत्थे खास नाल सिंघां दी ड्यूटी लाई कि पैप लैण वास्ते आए ने। एक चमकौर साहब ताड़ी साहब महाराज दसम पातशाह जी का स्थान है, उतों के निशान साहब वास्ते पैप लैने सन। ते बाबा नरिंदर सिंह जी ने फोन किया बंबे की संगत नूं कि पैप लैण वास्ते आए ने ते नाल जाके पैप लैके दे। वो पैप लै बाबा नरिंदर सिंह जी कहने लगे पैसे नहीं तुसां देने। वो पैप लैके आए। इत्थे निशान साहब चलाउण की तैयारी हो गई। बाबा जी आप हाजिर सन। बाबा नरिंदर सिंह साहब जी ने भी बेनती की थी, वह भी आ गए। निशान साहब चलाया गया ते उस वेले बड़े प्यार दे नाल मैं हुण ज्यादा कुछ कहना नहीं चाहता। ये सारी सेवा बड़े प्यार दे नाल महापुरखां दी हाजरी विच होई है। बाबा जी ने कहना पट्टी जाया करो, गड़ा मारिया करो, पट्टी जाया करो। तो जेड़े सिंह दा इत्थे पहरा लगा, दास ने कई बार मन विच विचारना भी कोई गल जिहड़ी है वो दास तो कही जाती है ते किते वधा चढ़ा के ना गल बाबा जी नूं कहण ते संकोच कर जाना। अखीर समा लंघदा गया। बाबा जी सानू शरीर करके खुला कर गए ते ओहो ही प्यार जिहड़ा सी महापुरखां वाला, क्योंकि जे सेवा महाराज के दर तो
ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤੇ ਦਾਸ ਨੇ ਉਹੋ ਹੀ ਪਿਆਰ ਦਿੱਤਾ ਇਹਨੂੰ। ਇੱਥੇ ਰਹਿਣ ਵਾਲਾ ਸੀ ਜਿਹੜਾ ਸਰੂਪ ਸਿੰਘ, ਪਰ ਉਹਨੇ ਕੁਝ ਮਨ ਵਿੱਚ ਇਸ ਤਰ੍ਹਾਂ ਦੀ ਗੱਲ ਰੱਖੀ ਕਿ ਨਾ ਸਮਝਿਆ ਇਸ ਗੱਲ ਨੂੰ। ਜਦੋਂ ਬਾਬਾ ਜੀ ਦਾ ਅਜੇ ਅੰਗੀਠਾ ਪਰਵਾਹ ਕੇ ਹੀ ਆਏ ਆਪਾਂ ਕੀਰਤਪੁਰ ਸਾਹਿਬ ਸਾਰੀਆਂ ਸੰਗਤਾਂ, ਤੇ ਦਾਸ ਨੇ ਬੇਨਤੀ ਕੀਤੀ ਬਾਬੇ ਗੁਰਬਚਨ ਸੋਹਣਾ ਨੂੰ ਭਈ ਸਾਰੇ ਪੜਾਵਾਂ ਵਾਲੇ ਸਿੰਘਾਂ ਨੂੰ ਸਦਗੇ ਤੇ ਸਾਰਿਆਂ ਦਾ ਦਰਸ਼ਨ ਹੋ ਜਾਂਦਾ ਤੇ ਕੋਈ ਬਚਨ ਵਿਲਾਸ ਦੱਸਿਆ ਪੁੱਛਿਆ ਜਾਂਦਾ। ਕਹਿਣ ਲੱਗੇ ਚੰਗਾ ਸਦਗੇ। ਸਾਰੇ ਸਿੰਘ ਪੜਾਵਾਂ ਦੇ ਅਗਲੇ ਦਿਨ ਸੁਰਸੰਗ ਸੱਦ ਲਏ। ਜਦੋਂ ਸੱਦ ਲਏ ਤੇ ਮੈਂ 3 ਵਾਰੀ ਗਿਆ ਅੰਦਰ ਬਾਬੇ ਗੁਰਬਚਨ ਸੋਹਣਾ ਕੋਲ ਤੇ ਬਾਬਾ ਜੀ ਬਾਹਰ ਸਿੰਘ ਆਏ ਨੇ ਸਾਰੇ, ਤੇ ਤੁਸੀਂ ਆਓ 2 ਮਿੰਟ ਤੇ ਆਣ ਕੇ ਸਾਰਿਆਂ ਦਾ ਦਰਸ਼ਨ ਦਿਦਾਰਾ ਕਰ ਲਓ, ਕੋਈ ਬਚਨ ਵਿਲਾਸ ਕਰਨ ਵਾਲਾ ਤੇ ਦੱਸ ਲਓ। ਕਹਿੰਦੇ ਆਉਨੇ ਆ। ਫਿਰ ਮੈਂ ਜਾਵਾਂ? ਕਹਿੰਦੇ ਆਉਨੇ ਆ। 3 ਗੇੜੇ 4 ਮਾਰੇ। ਉਹਨੇ ਚਿਰ ਨੂੰ ਇਹ ਸਰੂਪ ਸਿੰਘ ਇਹ ਚਲਿਆ ਗਿਆ ਤੇ ਕਹਿਣ ਲੱਗਾ ਭਈ ਬਾਬੇ ਗੁਰਬਚਨ ਸੋਹਣੀ ਤੇ ਦੂਸਰੇ ਬੂਹੇ ਨਿਕਲ ਕੇ ਤੇ ਚਲੇ ਗਏ ਨੇ ਸੜਕ ਵੱਲ ਨੂੰ। ਤੇ ਦਾਸ ਨੇ ਬੇਨਤੀ ਕੀਤੀ ਵੀ ਕੋਈ ਬਚਨ ਤੇ ਹੋਇਆ ਨਹੀਂ। ਇਹਦਾ ਮਤਲਬ ਇਹ ਨਿਕਲਿਆ ਭਾਈ ਸਰੂਪ ਸਿੰਘ ਨੇ ਬਾਬੇ ਗੁਰਬਚਨ ਸੋਹਣਾ ਨੂੰ ਇਹ ਗੱਲ ਆਖੀ ਹੋਊਗੀ ਭਾਈ ਇਹਨਾਂ ਨੇ ਤੇ ਅਜੇ ਬਾਬਾ ਜੀ ਦਾ ਅੰਗੀਠਾ ਪਰਵਾਹ ਕੇ ਆਏ ਨੇ ਤੇ ਅਗਲੇ ਦਿਨ ਹੀ ਸਾਰੇ ਪੜਾਵਾਂ ਵਾਲੇ ਸੱਦ ਲਏ ਨੇ, ਤੇ ਹੋਵੇ ਨਾ ਕਿਤੇ ਮੇਰੀ ਬਦਲੀ ਨਾ ਕਰ ਦੇਣ ਕਿਤੇ। ਇਹਦੇ ਮਨ ਵਿੱਚ ਇਹ ਵਿਚਾਰ ਆਇਆ ਤੇ ਦਾਸ ਨੇ ਸਾਰੇ ਸਿੰਘ ਜਿੰਨੇ ਆਏ ਸੀ ਪੜਾਵਾਂ ਵਾਲੇ ਸਾਰਿਆਂ ਨੂੰ ਸਰੋਪੇ ਦੇ ਦਿੱਤੇ। ਭਾਈ ਪਿਆਰਿਓ, ਜਿਵੇਂ ਮਹਾਂਪੁਰਖਾਂ ਨੇ ਸੇਵਾ ਤੇ ਪਾਰਾ ਲਾਇਆ ਨਾ, ਉਥੇ ਉਵੇਂ ਸੇਵਾ ਕਰੋ ਤੇ ਆਪਣੇ ਵੱਲੋਂ ਕੋਈ ਲਾਮਾ ਨਾ ਗੁਰੂ ਘਰ ਨੂੰ ਜਾਵੇ। ਮਹਾਰਾਜ ਕਿਰਪਾ ਕਰਨ, ਇਹ ਅਰਦਾਸ ਆ। ਤੇ ਸਾਰਿਆਂ ਸਿੰਘਾਂ ਨੇ ਸਰੋਪੇ ਦਿੱਤੇ ਤੇ ਆਪੋ ਆਪਣੇ ਸੇਵਾ ਤੇ ਚਲੇ ਗਏ। ਕੰਮ ਤੇ ਇੰਨਾ ਹੀ ਸੀ ਨਾ, ਤੇ ਇਹਨੇ ਜੇ ਕਿਤੇ ਕਹਿ ਦਿੱਤਾ ਹੋਊਗਾ ਤੇ ਇੰਨਾ ਫਰਜ਼ ਤੇ ਬਾਬੇ ਗੁਰਬਚਨ ਸੋਹਣਾ ਦਾ ਬਣਦਾ ਸੀ ਵੀ ਤੂੰ ਜਾ। ਉਹਨਾਂ ਨੇ ਸੱਦਿਆ ਕੋਲ, ਜੇ ਕੋਈ ਤੈਨੂੰ ਕਹਿਣਗੇ ਤੇ ਅਸੀਂ ਜ਼ਰੂਰ ਉਹਨਾਂ ਨੂੰ ਬੇਨਤੀ ਕਰਾਂਗੇ, ਕਵਾਂਗੇ। ਤੇ ਕਹਿਣਾ ਮੈਂ ਕੀ ਸੀ ਉਹਨੂੰ ਵੀ ਸੇਵਾ, ਚਲੋ ਜਿਹਨਾਂ ਡਿਊਟੀ ਲੱਗੀ ਆ ਸੇਵਾ ਕਰੀ ਚੱਲ। ਪਰ ਉਹਨੇ ਉਲਟੇ ਰੋਕ ਨੂੰ ਇਹਨਾਂ ਨੂੰ ਜਿਉਂ ਪਾਇਆ, ਇੱਕ ਪੈਰ ਵੀ ਇਹਨਾਂ ਨੇ ਮੇਰੇ ਨਾਲ ਤੁਰਨ ਦੀ ਗੱਲ ਤੇ ਕਿਧਰੇ ਰਹਿ ਗਈ। ਜਥੇਬੰਦੀ ਦਾ, ਦਲ ਪੰਥ ਦਾ ਜਿਹੜਾ ਮਾਨ ਸਨਮਾਨ ਉਹ ਰੱਖਣਾ ਇਹਨਾਂ ਵਾਸਤੇ ਵੀ ਤੇ ਮੇਰੇ ਵਾਸਤੇ ਵੀ ਜ਼ਰੂਰੀ ਹੈ। ਇਸ ਕਰਕੇ ਇਹ ਗੱਲ ਮੈਂ ਤੁਹਾਡੇ ਨਾਲ ਤਾਂ ਕਰ ਰਿਹਾ ਵੀ ਇਹ ਗੱਲ ਤੋਂ ਕਿੱਥੋਂ ਇਹਨਾਂ ਦੇ ਮਨ ਵਿੱਚ ਤੇ ਕਿਉਂ ਤੇ ਕਿਵੇਂ ਆਇਆ, ਇਹ ਗੱਲ ਜਥੇਬੰਦੀ ਆ, ਸੰਪਰਦਾਇਆ, ਮਹਾਂਪੁਰਖਾਂ ਨੇ ਇੰਨੀਆਂ ਘਾਲਣਾ ਘਾਲੀਆਂ ਨੇ। ਤੇ ਬਾਬਾ ਜੀ ਨੇ ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਭੱਟ ਸਾਹਿਬ ਜਿਹੜਾ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਇੱਥੇ ਆਣ ਕੇ ਨਿਸ਼ਾਨੀ ਲਾਈ ਵੀ ਆਹ ਥਾਂ ਵਾ। ਉਦੋਂ ਅੰਗਰੇਜ਼ ਸਰਕਾਰ ਸੀ ਬਾਬਾ ਜੀ। ਬਾਬਾ ਜੀ ਨੇ ਰਾਤ ਰਾਤ ਇੱਥੇ ਕੋਠਾ ਛੱਤਿਆ, ਕੋਈ ਟੀਨ ਟਾਨ ਪਾਈ ਹੋਗੀ, ਭਟਾਰੇ ਵਾਂਗੂ ਪਾਇਆ, ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰ ਦਿੱਤਾ। ਜਦੋਂ ਕਸੂਰ ਤੋਂ ਵੇਖਣ ਵਾਲੇ ਆਏ ਅਫਸਰ, ਉਹਨਾਂ ਨੇ ਕਿਹਾ ਇਹ ਰਾਤ ਰਾਤ ਪੈ ਨਹੀਂ ਸਕਦਾ, ਇਹ ਇਹਨਾਂ ਦਾ ਹੀ ਹੈ ਜਿਨ੍ਹਾਂ ਨੇ ਪਾਇਆ।
ਤੇ ਬਾਬਾ ਜੀ ਨੇ ਇੱਥੇ ਆਸਤੇ ਆਸਤੇ ਹੋਰ ਥਾਂ ਨਾਲ ਟੀਨਾ ਵਾਲਾ ਦਰਬਾਰ ਹੁੰਦਾ ਸੀ ਜਦੋਂ ਅਸੀਂ ਵੇਂਦੇ ਰਹੇ ਹਾਂ। ਤੇ ਬਾਬਾ ਜੀ ਚਾਹੁੰਦੇ ਤੇ ਭਾਵੇਂ ਉਦੋਂ ਹੀ ਪਟਾ ਕੇ ਥੱਲਿਓਂ ਕੱਢ ਕੇ ਵਿਖਾ ਦਿੰਦੇ। ਜਿੱਥੇ ਮਹਾਂਪੁਰਖਾਂ ਨੇ ਪ੍ਰਕਾਸ਼ ਕਰਵਾਏ ਮਹਾਰਾਜ ਸਾਹਿਬ ਜੀ ਦੇ, ਜਿੱਥੇ ਅੱਗੇ ਗੋਲਕ ਰੱਖੀ ਜਾਂਦੀ ਹੈ, ਤਕਰੀਬਨ ਉਸ ਥਾਂ ਤੋਂ ਜਦੋਂ ਦੁਬਾਰੇ ਸੇਵਾ ਅਸਥਾਨ ਦੀ ਬਾਬਾ ਜੀ ਨੇ ਬਾਬਾ ਸੋਹਣ ਸਿੰਘ ਸਾਹਿਬ ਜੀ ਤੋਂ ਬਾਅਦ ਬਾਬਾ ਜੀ ਬਾਬਾ ਦਇਆ ਸਿੰਘ ਸਾਹਿਬ ਜੀ ਨੇ ਸੇਵਾ ਕਰਵਾਈ, ਉਦੋਂ ਘੱਟ ਥੱਲਿਓਂ ਪ੍ਰਗਟ ਹੋਇਆ। ਬਾਬਾ ਜੀ ਬਚਨ ਕਰਦੇ ਵੀ ਸਹਿਜੇ ਸਹਿਜੇ ਪੁੱਟੋ ਕਿ ਚੀਜ਼ ਹੀ ਥੱਲੇ ਹੁੰਦੀ ਹੈ, ਪਤਾ ਤੇ ਇਹਨਾਂ ਨੂੰ ਵੀ ਸੀ। ਖੈਰ ਮਹਾਰਾਜ ਨੇ ਕਿਰਪਾ ਕੀਤੀ, ਅੱਜ ਜਿਹੜਾ ਆਪਾਂ ਨੂੰ ਇਹ ਸਾਖਿਆਤ ਹੱਥ ਦਾ ਦਰਸ਼ਨ ਹੋ ਰਿਹਾ। ਨਹੀਂ ਤੇ ਕਈਆਂ ਨੇ ਕਹਿਣਾ ਸੀ ਕਿੱਥੇ ਲਿਖਿਆ ਜਾਂ ਇਹ ਸੀਨੇ ਬਸੀਨੇ ਗੱਲ ਹੀ ਆ। ਇਹ ਗੁਰੂ ਸਾਹਿਬ ਜੀ ਨੇ ਆਪ ਹੀ ਕਿਰਪਾ ਕਰਕੇ ਮਹਾਂਪੁਰਖਾਂ ਨੂੰ ਇਹ ਸੇਵਾ ਲਈ ਹੈ। ਔਰ ਬੇਨਤੀ ਕਰਾਂ ਵੀ ਇੱਥੇ ਅਸਥਾਨ ਤੇ ਜਿਹੜੇ ਪੜਾਅ ਤੇ ਬਾਬਾ ਕੇਸਰ ਸਿੰਘ ਸਾਹਿਬ ਜੀ ਦਾ ਪਾਰਾ ਬਾਬਾ ਜੀ ਨੇ ਲਾਇਆ ਪਾਕਿਸਤਾਨ ਬਣਨ ਤੋਂ ਪਹਿਲਾਂ। ਹਰਲੇ ਵਾਲੇ ਨਿਹੰਗ ਸਿੰਘ ਸਨ, ਬੈਂਕੇ ਦੇ ਸਨ, ਬਾਣੀ ਪੜ੍ਹਦੇ ਰਹਿੰਦੇ ਸਨ। ਦਾਸ ਨੇ ਉਹਨਾਂ ਦੇ ਦਰਸ਼ਨ ਨਹੀਂ ਕੀਤੇ, ਬਚਨ ਬਾਬਾ ਜੀ ਉਹਨਾਂ ਦੇ ਸੁਣਾਇਆ ਕਰਦੇ ਸਨ। ਤੇ ਲੰਗਰ ਦੇ ਵਿੱਚ ਇੱਕ ਬੰਨੇ ਛੋਟੀ ਜੀ ਮੰਜੀ ਰੱਖਣੀ ਤੇ ਉਹਨਾਂ ਨੇ ਆਪ ਹੱਥੀਂ ਪਲਟਾ ਕਰਨਾ, ਪ੍ਰਸ਼ਾਦੇ ਥੱਲਣੇ, ਵਿਵੇਕ ਦਾ ਪਾਰਾ ਰੱਖਣਾ, ਬਾਣੀ ਪੜ੍ਹਦੇ ਰਹਿਣਾ। ਜਿਹੜਾ ਆ ਜਾਵੇ, ਬਾਬਾ ਜੀ ਦਾ ਬਚਨ ਸੀ ਕੇਸਰ ਸਿੰਘ ਜੀ, ਜਲ ਪਾਣੀ ਛਕਾ ਕੇ ਖਿਲਾਉਣਾ। ਤੇ ਭਾਊ ਹੀ ਕਹਿਣਾ ਉਹਨਾਂ ਨੇ, ਜਿਹੜਾ ਵੀ ਆ ਜਾਏ, ਵੱਡਾ ਆ ਜਾਏ, ਛੋਟਾ ਆ ਜਾਏ, ਆ ਭਾਊ ਕੀ ਛਕੇਗਾ, ਠੰਡਾ ਕੇ ਤੱਤਾ। ਉਹਨਾਂ ਤੋਂ ਬਾਅਦ ਸੰਤ ਦਿਆਲ ਸਿੰਘ ਜੀ, ਉਹਨਾਂ ਦਾ ਪਾਰਾ ਬਾਬਾ ਜੀ ਨੇ ਇੱਥੇ ਲਾਇਆ, ਕਿਉਂਕਿ ਸੇਵਾ ਤੇ ਸੰਪਰਦਾ ਦੇ ਮਹਾਂਪੁਰਖਾਂ ਦੀ ਆ, ਪਾਰੇਦਾਰ ਦੀ ਡਿਊਟੀ ਹੁੰਦੀ ਆ। ਸੰਤ ਦਿਆਲ ਸੋਹਣੀ ਜਦੋਂ ਬਾਬਾ ਜੀ ਤੀਸਰੀ ਯਾਤਰਾ ਗਏ ਨੇ ਪਟਨੇ ਸਾਹਿਬ ਤੋਂ, ਹਜ਼ੂਰ ਸਾਹਿਬ ਤੋਂ ਆ ਰਹੇ ਸਨ, ਤੇ ਉਹਨਾਂ ਦਾ ਐਕਸੀਡੈਂਟ ਦੇ ਨਾਲ ਚਲਾਣਾ ਹੋ ਗਿਆ ਸੰਤ ਦਿਆਲ ਸੋਹਣੇ ਦਾ। ਬਾਅਦ ਵਿੱਚ ਇੱਥੇ ਮੇਹਰ ਸਿੰਘ ਹੁੰਦਾ ਸੀ, ਰਾਗੀ ਸਿੰਘ ਆ ਹੁਣੀ ਚੜ੍ਹਾਈ ਕਰ ਗਏ ਨੇ, ਤੇ ਉਹਨਾਂ ਦਾ ਪਾਰਾ। ਉਹਨਾਂ ਤੋਂ ਬਾਅਦ ਬਾਬਾ ਜੀ ਨੇ ਸਵਰਨ ਸਿੰਘ ਸੀ ਮਲਮੋਰੀ ਦਾ, ਉਹਦਾ ਪਾਰਾ ਲਾਇਆ। ਫਿਰ ਰਸਾਲ ਸਿੰਘ ਦਾ ਪਾਰਾ ਲਾਇਆ। ਹੁਣ ਵੇਖੋ ਨਾ, ਜਿਹੜੇ ਪਾਰੇਦਾਰੀ ਦੀ ਸੇਵਾ ਦੀ ਡਿਊਟੀ ਆ, ਤੇ ਮਹਾਂਪੁਰਖਾਂ ਦੇ ਹੁਕਮ ਨਾਲ ਕਰਦੇ ਰਹੇ। ਆ ਗੁਰਦੁਆਰੇ ਸਾਹਿਬ ਦੇ ਸਾਹਮਣੇ ਦੀ ਜਿੱਥੇ ਬਾਬਾ ਜੀ ਉਹ ਸੰਗਤ ਖਲੋਤੀ ਆ, ਇੱਥੋਂ ਦੀ ਗਲੀ ਹੁੰਦੀ ਸੀ ਕਿ ਗਾਂ ਅੱਗੇ ਲੰਘਦੀ। ਇਹ ਸਮੇਂ ਦੀ ਖੇਡ ਹੈ। ਹੁਣ ਜੇ ਉਹਨਾਂ ਨੇ ਪ੍ਰੇਮ ਨਾਲ ਇੱਥੇ ਸੇਵਾ ਕਰਦੇ ਰਹੇ, ਤੇ ਜਿਵੇਂ ਇੱਥੇ ਸੇਵਾ ਦਾ, ਤੇ ਬਾਬੇ ਗੁਰਬਚਨ ਸੋਹਣਾ ਨੇ ਇੱਥੇ ਤੇ ਜੋੜ ਮੇਲਾ ਮਹਾਰਾਜ ਦਾ ਪਤਾ ਨਹੀਂ ਗੁਰਪੁਰਬ ਮਨਾ ਰਿਹਾ ਸੀ, ਆਇਆ ਦਾਸ, ਇਹਨਾਂ ਨੂੰ ਪਤਾ ਲੱਗਾ ਵੀ ਉਹ ਗਏ ਨੇ ਉੱਥੇ, ਉਹ ਵੀ ਦਬਾ ਦਬ ਆ ਗਏ। ਤੇ ਦਾਸ ਨੇ ਮਹਾਰਾਜ ਨੂੰ ਮੱਥਾ ਟੇਕ ਕੇ ਉੱਠ ਕੇ ਤੇ ਚਲੇ ਗਏ। ਵੀ ਕਿਸੇ ਇਹ ਨਹੀਂ ਆਖਿਆ ਵੀ ਤੁਸੀਂ ਇਸ ਵੇਲੇ ਮਹਾਰਾਜ ਦੇ ਚੌਂਕੀਦਾਰੇ ਦੀ ਤੁਹਾਡੀ ਸੇਵਾਦਾਰੀ ਆ, ਤੁਸੀਂ ਝਾੜੂ ਬਰਦਾਰ ਜੇ ਮਹਾਰਾਜ ਦੇ ਦਰ ਦੇ। ਚਲੋ ਸਮਾਂ ਲੰਘਦਾ ਗਿਆ, ਤੇ ਉੱਥੇ ਬਾਹਰ ਖੂਹ ਵਾਲੇ ਪੜਾਅ ਤੇ ਪਿਛਲੇ ਸਾਲ ਜੋੜ ਮੇਲਾ ਕੀਤਾ। ਉਹ ਜੋੜ ਮੇਲੇ ਤੇ ਬੇਅੰਤ ਸੰਗਤਾਂ ਆਈਆਂ, ਤੇ ਇਹ ਐਤਕੀ ਵੀ ਜਿਹੜੇ ਬੋਰਡ ਬਣਾਏ ਸੀ ਮੇਲੇ ਦੇ, ਇੱਥੇ ਜੋੜ ਮੇਲੇ ਦੇ ਮਨਾਉਣ ਵਾਸਤੇ, ਉਹ ਖੂਹ ਵਾਲੇ ਪੜਾਅ ਦੇ ਲਿਖੇ ਸੀ। ਤੇ ਉੱਥੇ ਪੈਲੀਆਂ ਤੇ ਵੀ ਇਹਨਾਂ ਨੇ 45 ਲਵਾ ਦਿੱਤੀ, ਇੱਥੇ ਵੀ 45 ਲਵਾ ਦਿੱਤੀ। ਕਈਆਂ ਥਾਵਾਂ ਪੜਾਵਾਂ ਤੇ ਪੈਲੀਆਂ ਤੇ 45 ਲਵਾਈਆਂ, ਭਈ ਇਹ ਇੱਥੇ ਮੇਲਾ ਨਾ ਮਨਾ ਲੈਣ ਕਿਤੇ। ਹੁਣ ਇਸ ਗੱਲ ਦੇ ਨਾਲ ਕਈਆਂ ਦੇ ਮਨ ਵਿੱਚ ਇਹ ਵਿਚਾਰ ਆਇਆ, ਤੇ ਅਸੀਂ ਤੇ ਹਜ਼ੂਰ ਸਾਹਿਬ ਸੀ, ਕੋਈ ਸਿੰਘ ਇੱਥੇ ਆਣ ਕੇ ਤੇ ਸੇਵਾ ਵਿੱਚ ਹਾਜ਼ਰ ਹੋ ਗਏ। ਕੋਈ
ਜਬਰੀ ਨਹੀਂ, ਕੋਈ ਇਹ ਨਹੀਂ ਵੀ ਕੋਈ ਕਬਜ਼ਾ ਕਰਨ ਦੀ ਆ, ਸੇਵਾ ਮਹਾਰਾਜ ਦੇ ਦਰ ਦੀ ਆ। ਹੁਣ ਸਾਡੇ ਮਾਤਾ ਜੀ ਨੇ, ਸਤਿਕਾਰਯੋਗ ਨੇ, ਕੋਈ ਬਚਨ ਆ ਤੇ ਮਾਵਾਂ ਵਾਸਤੇ ਪੁੱਤ ਇੱਕੋ ਜਿਹੇ ਹੁੰਦੇ ਆ। ਤੇ ਜੇ ਸਾਡੀ ਪਿਤਾ ਪੁਰਖੀ ਪੈਲੀ ਤੁਰੀ ਆਉਂਦੀ ਆ, ਜੇ ਸਾਨੂੰ 10-10 ਕਿੱਲੇ ਪੈਲੀ ਦੇ ਆਉਂਦੇ ਆ ਤੇ ਸਾਨੂੰ ਉਹ 10 ਕਿੱਲੇ ਪੈਲੀ ਦੇ ਦੇ ਦੇਣ, ਜਿਹੜਾ ਸਾਡੇ ਪਰਿਵਾਰ ਦੇ ਉਹ ਆਪਦਾ ਉੱਥੇ ਆਰਾ ਪਾਰਾ ਕਰਨ। ਉਹ ਵੀ ਪੈਲੀ ਜਿਹੜੀ ਆ, ਬਾਕੀ ਦੀਆਂ ਜਿਹੜੀਆਂ ਪੈਲੀਆਂ ਨੇ, ਜ਼ਮੀਨਾਂ ਨੇ, ਗੁਰਦੁਆਰਿਆਂ ਦੇ ਨਾਲ ਆ ਜਾਂ ਕੋਈ ਗੁਰੂ ਘਰ ਚੜੀ ਆ, ਉਹ ਗੁਰੂ ਘਰ ਦੀਆਂ ਨੇ, ਉਹ ਕਿਸੇ ਵੰਡ ਦੀ ਨਹੀਂ। ਖੈਰ ਇਹਨਾਂ ਨੂੰ ਕਿਹਾ ਵੀ ਜਿੱਥੋਂ ਵੀ ਤੁਹਾਡੇ ਨਾਂ ਬਾਬਾ ਗੁਰਬਚਨ ਸਿੰਘ ਜੀ ਪੈਲੀ ਆ ਨਾ, ਉਹ ਤੁਸੀਂ ਆਪਦੀ ਪੈਲੀ ਲੈ ਲਓ। ਪਰ ਜਿੱਥੇ ਮੇਰੇ ਨਾਮ ਆ ਨਾ ਕਿਤੇ, ਉਦੋਂ ਲੈਣ ਵੇਲੇ ਅਨੰਦਪੁਰ ਸਾਹਿਬ ਕੋਈ ਥਾਂ ਲਿਆ ਜੀ, ਸੰਤੋਖ ਸਿੰਘ ਦਾ ਪਾਰਾ ਹੀ ਨਾਲ, ਉਹਨੇ ਕੁਝ ਮੇਰਾ ਨਾਂ ਕਰਾਈ, ਕੋਈ ਗੁਰਬਚਨ ਸਿੰਘ ਦੇ ਨਾਂ ਕਰਾਤੀ। ਜਿੱਥੇ ਇਹਨਾਂ ਦੇ ਨਾਮ ਆ ਨਾ, ਦਾਸ ਨੇ ਬੇਨਤੀ ਕੀਤੀ ਤੁਸੀਂ ਬਾਬਾ ਜੀ ਆਪਦੇ ਪੈਲੀ ਲੈ ਲਓ, ਪਰ ਜਿੱਥੇ ਮੇਰੇ ਨਾਮ ਆ ਨਾ ਪੈਲੀ, ਮੈਂ ਆਪਦੇ ਨਾਂ ਨਹੀਂ ਰੱਖਣੀ ਉਹ ਪੈਲੀ, ਉਹ ਸੰਪਰਦਾ ਦੇ ਨਾਂ ਤੇ ਕਰ ਦੇਣੀ ਆ। ਆਪਾਂ ਆਉਣ ਵਾਲੇ ਸਮੇਂ ਵਿੱਚ ਇਹ ਝਮੇਲਾ ਜਿਹੜਾ ਨਾ, ਇਹਨੂੰ ਨਿਬੇੜ ਦੇਣਾ ਵਾ ਵੀ ਕੋਈ ਇਹ ਨਾ ਆਖੇ ਵੀ ਇਹ ਮੇਰੇ ਪਿਓ ਦੇ ਨਾਂ ਤੇ ਸੀ, ਇਹਦੇ ਵਿੱਚ ਸਾਡਾ ਹਿੱਸਾ ਬਣਦਾ, ਇਹ ਗੱਲ ਨਹੀਂ। ਇਹ ਸੰਪਰਦਾ ਦੀਆਂ ਚੀਜ਼ਾਂ ਨੇ। ਆਉਣ ਵਾਲੇ ਸਮੇਂ ਵਿੱਚ ਜਿਹਦੇ ਕੋਲੋਂ ਮਹਾਰਾਜ ਸੇਵਾ ਲਊਗਾ, ਉਹ ਸੇਵਾ ਕਰੂਗਾ, ਉਹ ਇਹ ਪੈਲੀਆਂ ਨੂੰ ਵੰਡ ਨਹੀਂ ਸਕੂਗਾ। ਆਪਾਂ ਇਸ ਢੰਗ ਦੇ ਨਾਲ ਕਰ ਦਈਏ ਬਾਬਾ ਜੀ। ਮੈਂ ਤੇ ਇਹ ਉਹਨਾਂ ਨੂੰ ਬੇਨਤੀ ਕਰਦਾ। ਹੁਣ ਤੁਸੀਂ ਵੇਖ ਲਓ ਵੀ ਇਹ ਕੋਈ ਲੜਾਈ ਵਾਲੀ ਗੱਲ ਨਹੀਂ, ਸਿਰਫ ਇੱਕ ਜੇ ਉਹ ਇਹ ਗੱਲ ਨੂੰ ਬੋਲੀ ਜਾਂਦੇ ਆ ਵੀ ਸੰਗਤ ਆਖੂਗੀ, ਸੰਗਤ ਤੇ ਹੁਣ ਇੱਥੇ ਵੀ ਸੰਗਤ ਨੇ, ਜੇ ਇਹਨਾਂ ਦੇ ਮਨ ਚ ਆਉਂਦੀ ਵੀ ਪ੍ਰੇਮ ਸਿੰਘ ਆ ਗਿਆ ਜਾਂ ਇਹਨਾਂ ਨੂੰ ਕਹਾਂਦੇ ਅਸੀਂ ਪਾਸੇ ਕਰ ਦਿੰਦੇ, ਇਸ ਗੱਲ ਦੇ ਨਾਲ ਇਸ ਪ੍ਰੇਮ ਸਿੰਘ ਦਾ ਪਾਰਾ ਨਹੀਂ ਕੋਈ ਲਾਉਣਾ। ਉਹ ਤੇ ਜਿਸ ਤਰ੍ਹਾਂ ਸਿੰਘ ਆ ਗਏ ਉਸ ਤਰ੍ਹਾਂ ਨਾਲ ਆ ਗਏ ਸੇਵਾ ਨੂੰ। ਗੁਰੂ ਘਰ ਦੇ ਸਿੰਘ ਰਹੇ ਨੇ ਪੜਾਵਾਂ ਤੇ, ਕੋਈ ਗ੍ਰਸਤੀ ਸਿੰਘ ਇੱਥੇ ਨਹੀਂ ਰਿਹਾ ਬਾਬਾ ਜੀ। ਜਦੋਂ ਇੱਥੇ ਭੱਠ ਪ੍ਰਗਟ ਨਹੀਂ ਸੀ ਹੋਇਆ, ਜੇ ਜਿਸ ਥੜੇ ਦੇ ਮਹਾਰਾਜ ਦੇ ਪ੍ਰਕਾਸ਼ ਸੀ, ਟੀਣ ਵਾਲਾ ਗੁਰਦੁਆਰਾ ਸੀ, ਵੇਂਦੇ ਰਹੇ ਸੀ, ਉਤੋਂ ਦੀ ਮਾਈ ਨੂੰ ਪਰਿਕਰਮਾ ਕਰਨੀ ਸੀ ਜਾਣ ਦਿੰਦੇ। ਏਡਾ ਸ਼ਹੀਦੀ ਬਾਰਾ ਇੱਥੇ ਰਹਿੰਦਾ ਸੀ ਬਾਬਾ ਜੀ। ਥੋੜੀ ਜੀ ਗੱਲ ਹੈ ਜਿੱਥੇ ਗੁਰੂ ਸਾਹਿਬ ਨੇ ਆਪ ਆਣ ਕੇ ਆਪਣੇ ਪਿਆਰੇ ਦੀ ਰੱਖਿਆ ਕੀਤੀ ਹੋਵੇ। ਇਸ ਪੇਪਰ ਵਿੱਚੋਂ, ਇਮਤਿਹਾਨ ਵਿੱਚੋਂ ਪਾਸ ਕੀਤਾ ਹੋਵੇ ਮਹਾਰਾਜ ਨੇ ਜਿਹਨਾਂ ਨੂੰ, ਇਹ ਬਹੁਤ ਵੱਡੀ ਗੱਲ ਹੈ ਕਿ ਛੋਟੀ ਜੀ ਗੱਲ ਨਹੀਂ। ਇਸ ਕਰਕੇ ਦਾਸ ਨੇ ਬੇਨਤੀ ਕੀਤੀ ਆ ਵੀ ਸਾਨੂੰ ਕੋਈ ਲੜਾਈ ਵਾਲੀ ਗੱਲ ਨਹੀਂ। ਅੱਜ ਸਾਡੀ ਮਾਤਾ ਆਣ ਕੇ ਕਹਿ ਦੇਣਾ ਕਿ ਅਵਤਾਰ ਸਿੰਘ ਚੱਲ ਪਾਸੇ ਹੋ ਜਾਏ ਤੂੰ, ਜੇ ਅਸੀਂ ਕਿਤੇ ਸਾਹ ਵੀ ਲੈ ਜਾਈਏ ਤੇ ਆਖੇ। ਅਸੀਂ ਤੇ ਇੱਕ ਗੁਰੂ ਘਰ ਦੀ ਸੇਵਾ ਨੂੰ ਵੇਖਦੇ ਆ ਕਿ ਇਹ ਸੇਵਾ, ਜੇ ਉਹ ਆਖਣ ਵੀ ਅਸੀਂ ਸੇਵਾ ਕਰਦੇ ਨਹੀਂ, ਠੀਕ ਆ ਤੁਸੀਂ ਕਰਦੇ ਹੋ, ਪਰ ਜਥੇਬੰਦੀ ਦਾ ਮਾਣ ਰੱਖਣਾ ਜ਼ਰੂਰੀ ਹੈ। ਅਵਤਾਰ ਸਿੰਘ ਦਾ ਤੇ ਇਹਦੇ ਵਿੱਚ ਕੁਛ ਨਹੀਂ ਹੈ। ਗੁਰੂ ਘਰ ਦੀ ਸੇਵਾ ਬਾਬਾ ਵਿਧੀ ਚੰਦ ਜੀ ਦੀ ਜਿਹੜੀ ਉਹਨਾਂ ਦੀ ਇੱਕ ਥਾਂ ਜਿਹੜੀ ਤੁਰੀ ਆਈ ਆ ਮਹਾਂਪੁਰਖਾਂ ਦੀ, ਜਿਹੜੀ ਉਹਨਾਂ ਦੇ ਆਸਣ ਦਾ, ਇਸ ਕਰਕੇ ਉਹਦਾ ਨਰਾਦਰ ਨਹੀਂ ਕਰਨਾ। ਜਥੇਬੰਦੀ ਆ, ਸੰਪਰਦਾ ਆ, ਮਹਾਂਪੁਰਖਾਂ ਨੇ ਘਾਲਣਾ ਘਾਲੀ ਆ। ਨਿਸ਼ਾਨ ਨਗਾਰਾ ਲੈ ਕੇ ਬਾਬਾ ਜੀ ਵਿਚਰੇ ਨੇ। ਜਦੋਂ ਨਨਕਾਣੇ ਸਾਹਿਬ ਤੋਂ ਚੱਲੇ ਨੇ ਤੇ ਮਹਾਂਪੁਰਖਾਂ ਨੇ ਬਚਨ ਕਿਹਾ, ਇਹ ਉਹ ਨਿਸ਼ਾਨ ਨਗਾਰਾ ਜਿਹੜਾ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ। ਹੁਣ ਇਹਦੇ ਚ ਕੀ ਸ਼ੱਕ ਹੈ? ਇਸ ਕਰਕੇ ਇਹ ਸੇਵਾ ਵਾ ਬੜੇ ਪਿਆਰ ਦੇ ਨਾਲ। ਤੇ ਉਹਨਾਂ ਨੂੰ ਵੀ ਬੇਨਤੀ ਆ, ਭਾਈ ਬਾਬਾ ਜੀ ਆਪਣਾ ਝਗੜਾ ਕੋਈ ਨਹੀਂ। ਦੇਖੋ ਤੁਸੀਂ ਕਹਿਣ ਨੂੰ ਕੁਝ ਕਹੀ ਜਾਓ ਤੇ ਅਸੀਂ ਚੁੱਪੇ ਹੋ ਗਏ, ਨਾ ਕਿਸੇ ਮੀਡੀਆ ਗਾੜੀ ਬੋਲੇ ਆ, ਨਾ ਅਸੀਂ ਇਹਦੀ ਗੱਲ ਬਾਰੇ। ਫਿਰ ਸੰਗਤੀ ਰੂਪ ਤੁਸੀਂ ਇੱਕ ਸਾਰੀ ਸੰਗਤ ਜਥੇਬੰਦੀ ਦਾ ਪਰਿਵਾਰ ਰੂਪ ਹੋ। ਗੁਰੂ ਸਾਹਿਬ ਆਪਣੇ ਗੁਰਦੇਵ ਪਿਤਾ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਆ। ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਇੱਥੇ ਸੱਚਾ ਹੀ ਭਜਨ ਗੁਰੂ ਦੀ ਹਜ਼ੂਰੀ ਤੇ ਗੁਰੂ ਕੀ ਸੰਗਤ ਵਿੱਚ ਬੋਲਿਆ ਜਾ ਸਕਦਾ, ਝੂਠ ਨਹੀਂ ਹੈ। ਹੁਣ ਸੁਲਤਾਨਪੁਰ ਸਾਹਿਬ ਉੱਥੇ 3.25 ਕਿੱਲੇ ਥਾਂ ਹੋਰ ਨਾਲ ਲਿਆ। ਉਹ ਥਾਂ 1 ਕਰੋੜ ਤੇ 70 ਲੱਖ ਦੀ ਰਜਿਸਟਰੀ ਹੋਈ ਹੈ। ਤੇ ਉਹਦਾ ਨਾਮ ਜਦੋਂ ਲਿਖਾਇਆ ਤੇ ਇਹੋ ਹੀ ਲਿਖਾਇਆ ਵੀ ਮਾਲਕ ਸੰਪਰਦਾਏ ਦਲ ਬਾਬਾ ਵਿਧੀ ਚੰਦ ਜੀ।
ਜਿਹੜਾ ਮੁਖੀ ਸਾਹਿਬਾਨ ਆ ਉਹਦਾ ਨਾਂ ਦੇ ਨਾਲ ਆਉਣਾ ਹੀ ਆ, ਪਰ ਉੱਤੇ ਮਾਲਕ ਤੇ ਸੰਪਰਦਾ ਵਾ। ਇਸ ਕਰਕੇ ਬਾਬਾ ਜੀ ਤੁਹਾਨੂੰ ਅਰਜ਼ ਹੈ, ਸਾਡੇ ਸਤਿਕਾਰਯੋਗ ਮਾਤਾ ਜੀ ਤੁਹਾਨੂੰ ਅਰਜ਼ ਹੈ, ਸਾਡੀ ਕੋਈ ਲੜਾਈ ਨਹੀਂ। ਤੁਸੀਂ ਕਹਿ ਦਿਓ ਵੀ ਅਸੀਂ ਹੁਣੇ ਪਾਸੇ ਹੋ ਜਾਂਦੇ ਆ। ਇਹਨੂੰ ਜੇ ਤੁਸੀਂ ਸਾਰੇ ਪ੍ਰਬੰਧ ਨੂੰ ਸਾਂਭਣਾ ਚਾਹੁੰਦੇ ਤੇ ਤੁਸੀਂ ਸਾਰੇ ਨੂੰ ਸਾਂਭ ਲਓ, ਪਰ ਜਥੇਬੰਦੀ ਨੂੰ ਜਿਹੜਾ ਇਹਦਾ ਮਾਣ ਤਾਣ ਆ ਉਹਨੂੰ ਬਹਾਲ ਰੱਖੋ। ਜਿਵੇਂ ਵੀ ਤੁਹਾਨੂੰ ਚੰਗਾ ਲੱਗੇ ਹੁਣ ਤੁਸੀਂ ਕਰ ਲਿਓ। ਸਾਰੀ ਸੰਗਤ ਅੱਜ ਭੱਟ ਸਾਹਿਬ ਮਹਾਰਾਜ ਦੇ ਨਿਸ਼ਾਨ ਤੁਮਸਿਆ ਬਾਬੇ ਵਿਧੀ ਚੰਦ ਸਾਹਿਬ ਜੀ ਦੇ ਦਲ ਪੰਥ ਦੇ ਇਸ ਸਮੇਂ ਤੇ ਸਾਰੇ ਮਾਈ ਭਾਈ ਆਪ ਆਏ ਜੇ, ਸਾਰੇ ਦਲ ਪੰਥ ਦੇ ਸਿੰਘ ਆਏ ਨੇ, ਸਾਰੀਆਂ ਸੰਗਤਾਂ ਨਗਰਾਂ ਤੋਂ ਆਏ ਹੋ। ਸਨੇਹ ਪਿਆਰ ਰੱਖਣ ਵਾਲੇ ਪੀੜ੍ਹੀਆਂ ਦਾ ਪਿਆਰ ਹੈ ਤੁਹਾਡਾ, ਜਿਹੜਾ ਮਹਾਂਪੁਰਖਾਂ ਨੇ ਗੁਰੂ ਘਰ ਦੀ ਸਿੱਖੀ ਦੇ ਨਾਤੇ ਦੀ ਸਾਂਝ ਮਹਾਰਾਜ ਨੇ ਬਖਸ਼ੀ ਹੈ। ਤੇ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ। ਅੱਜ ਦੇ ਸਮਾਗਮ ਵਿੱਚ ਜਿੰਨੇ ਵੀ ਮਹਾਂਪੁਰਖ ਆਏ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ, ਬਾਬਾ ਜਗਦੀਸ਼ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਕਿੰਨੇ ਪਿਆਰ ਭਰੇ ਆਪ ਜੀ ਦੇ ਨਾਲ ਬਚਨਾਂ ਦੀ ਸਾਂਝ ਕੀਤੀ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਸ੍ਰੀ ਅਕਾਲ ਤਖਤ ਜਥੇਦਾਰ ਸਾਹਿਬ, ਤੇ ਇਸੇ ਤਰ੍ਹਾਂ ਹੀ ਤਰਨਾ ਦਲ ਦੇ ਮੁਖੀ ਬਾਬਾ ਗੱਜਣ ਸਿੰਘ ਸਾਹਿਬ ਜੀ, ਉਹ ਹਜ਼ੂਰ ਸਾਹਿਬ ਤੋਂ ਅਜੇ ਤਰਨਾ ਦਲ ਆ ਰਿਹਾ। ਇਸ ਕਰਕੇ ਬਾਬਾ ਜੀ ਨੇ ਸਵੇਰੇ ਸਿੰਘ ਘੱਲੇ ਸੀ, ਸ਼ੇਰ ਸੋਹਣੀ ਸਾਰੇ ਸਿੰਘ ਸ਼ਹੀਦਾਂ ਤੋਂ ਆਏ ਸੀ, ਵੀ ਹਾਜ਼ਰੀ ਲਾ ਕੇ ਗਏ ਨੇ। ਬਿੱਡਾ ਦਲ ਦੇ ਜਥੇਦਾਰ ਬਾਬਾ ਜੀ ਬਾਬਾ ਬਲਬੀਰ ਸਿੰਘ ਸਾਹਿਬ ਜੀ, ਉਹਨਾਂ ਨੇ ਵੀ ਸਿੰਘਾਂ ਨੂੰ ਭੇਜਿਆ ਸੀ, ਉਹ ਵੀ ਹਾਜ਼ਰੀ ਲਾ ਕੇ ਗਏ ਨੇ। ਬਾਬਾ ਗੁਰਦੇਵ ਸਿੰਘ ਸਾਹਿਬ ਜੀ ਸ਼ਹੀਦੀ ਬਾਗ, ਉਹ ਚਾਚਾ ਹਜ਼ੂਰ ਸਾਹਿਬ ਤੋਂ ਪਹੁੰਚੇ ਨੇ, ਬੇਨਤੀ ਕੀਤੀ ਸੀ ਵੀ ਜੋੜ ਮੇਲੇ 'ਚ ਜ਼ਰੂਰ ਆਏ। ਉਹਨਾਂ ਦਾ ਵੀ ਧੰਨਵਾਦ। ਖੈਰੋਂ ਵਾਲੇ ਬਾਬਾ ਜੀ, ਜਿੰਨੇ ਮਹਾਂਪੁਰਖ, ਬਾਬਾ ਸ਼ਿੰਦਾ ਸਿੰਘ ਜੀ, ਜਿੰਨੇ ਵੀ ਮਹਾਂਪੁਰਖ ਆਏ ਨੇ, ਸਾਰਿਆਂ ਦਾ ਧੰਨਵਾਦ, ਸਾਰੀਆਂ ਸੰਗਤਾਂ ਦਾ ਧੰਨਵਾਦ। ਤੇ ਸਾਧ ਸੰਗਤ ਜੀ ਬੜੇ ਪਿਆਰ ਦੇ ਨਾਲ ਸਾਰੀਆਂ ਸੰਗਤਾਂ, ਇਹ ਦਾਸ ਨੇ ਤਾਂ ਬਚਨ ਕੀਤਾ ਆਪ ਜੀ ਨਾਲ ਵੀ ਇਹ ਤਾਂ ਕੋਈ ਲੜਾਈ ਝਗੜਾ ਨਹੀਂ ਹੈ। ਜੇ ਇੱਥੇ ਬਿਹੰਗਮ ਸਿੰਘ ਹੀ ਪੜਾ ਤੇ ਸੇਵਾ ਕਰਦੇ ਰਹੇ ਤੇ ਬਿਹੰਗਮ ਸਿੰਘ ਹੀ ਪੜਾ ਤੇ ਸੇਵਾ ਕਰਨੀ ਚਾਹੀਦੇ ਆ। ਇਹ ਸੰਪਰਦਾਨ ਦਾ ਜਿਹੜਾ ਉਹਦਾ ਮਾਣ ਸਨਮਾਨ ਦਾ ਧਿਆਨ ਰੱਖਣਾ ਚਾਹੀਦਾ। ਮਹਾਰਾਜ ਕਿਰਪਾ ਕਰਨ, ਇਸ ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਹੈ। ਇਹ ਬੜੇ ਪਿਆਰ ਦੇ ਨਾਲ ਜਿਹੜੇ ਆਪ ਜੀ ਨਾਲ ਬਚਨ ਸਾਂਝੇ ਕੀਤੇ ਆ ਉਹ ਵੀ ਬੇਨਤੀ ਨੂੰ ਪ੍ਰਵਾਨ ਕਰਨ। ਤੇ ਸਾਧ ਸੰਗਤ ਜੀ ਹੁਣ ਦੀਵਾਨ ਦੀ ਸਮਾਪਤੀ ਦੀ ਅਰਦਾਸ ਤੇ ਜਥਾ ਤੀਸਰੀ ਜਥਾ ਸਾਹਮਣੇ ਆ, ਪਰ ਟਾਈਮ ਗੁੰਜਾਇਸ਼ ਨਹੀਂ ਦਿੰਦਾ, ਮਾਫੀ ਚਾਹੁੰਦੇ ਆ। ਹੁਣ ਅਰਦਾਸ ਹੋ ਕੇ ਨਾਲ ਹੀ ਮਹੱਲੇ ਦੀ ਰਵਾਨਗੀ ਦੀ ਅਰਦਾਸ ਔਰ ਦੀਵਾਨ ਦੀ ਸਮਾਪਤੀ ਦੇ ਅਰਦਾਸ ਹੋਵੇਗੀ। ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਲੰਗਰ ਪ੍ਰਸ਼ਾਦਾ ਜਲ ਪਾਣੀ ਛਕੋ, ਜਿਨ੍ਹਾਂ ਨੇ ਨਹੀਂ ਛਕਿਆ ਬੜੇ ਪਿਆਰ ਨਾਲ ਛਕੋ। ਤੇ ਮੋਹਰਾਂ ਵਾਲੀ ਸਾਹਿਬ ਨੇ ਬੜੇ ਪ੍ਰੇਮ ਦੇ ਨਾਲ ਆਪ ਜੀ ਨੂੰ ਸਰਵਣ ਕਰਵਾਇਆ, ਕਿਉਂਕਿ ਮਹਾਂਪੁਰਖਾਂ ਦੇ ਨਾਲ ਜਿਹੜਾ ਸਨੇਹ ਪਿਆਰ ਉਹਨਾਂ ਨੇ ਉਹ ਰੱਖਿਆ, ਵੀ ਮਹਾਂਪੁਰਖਾਂ ਦੀ ਅਸੀਸ ਜਿਹੜੀ ਆ ਬੜੇ ਕਰਮਾਂ ਨਾਲ ਮਿਲਦੀ ਆ, ਜਿਨ੍ਹਾਂ ਦੇ ਸੱਚਖੰਡ ਵਾਸੀ ਮਹਾਂਪੁਰਖਾਂ ਨੇ ਬੜੀ ਕਿਰਪਾ ਕੀਤੀ। ਤੇ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਬਹੁਤ ਬਹੁਤ ਵਧਾਈਆਂ ਜੋੜ ਮੇਲੇ ਦੀਆਂ। ਸੰਪਰਦਾਇ ਦਲ ਬਾਬਾ ਵਿਧੀ ਚੰਦ ਸਾਹਿਬ ਜੀ ਵੱਲੋਂ ਹੁਣ ਅਰਦਾਸ ਹੋਵੇਗੀ, ਨਾਲ ਹੀ ਮਹੱਲੇ ਦੀ ਰਵਾਨਗੀ ਦੀ ਅਰਦਾਸ ਹੋਵੇਗੀ। ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਅਰਦਾਸ ਵਿੱਚ ਜੁੜੀਏ। ਤੇ ਖੂਹ ਤੇ ਉੱਥੇ ਹੀ ਕਬੱਡੀ ਦਾ ਮੈਚ ਤੇ ਉੱਥੇ ਹੀ ਮਹੱਲਾ ਹੋਵੇਗਾ। ਸਾਰੀਆਂ ਸੰਗਤਾਂ ਦਰਸ਼ਨ ਦਿਦਾਰੇ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਅੱਗੇ